ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤੇਹਾ ਹਉ ਕਰੀ ਵਖਿਆਨ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਸੂਹੀ ਜੋ ਦਿਨ ਆਵਹਿ ਸੋ ਦਿਨ ਜਾਹੀ, ਕਰਨਾ ਕੂਚ ਰਹਿਨ ਥਿਰ ਨਾਹੀ। ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਨ ਥਿਰ ਨਾਹੀ। ਸੰਗ ਚਲਤ ਹੈ ਹਮ ਭੀ ਚਲਨਾ, ਦੂਰ ਗਵਨ ਸਿਰ ਉਪਰ ਮਰਨਾ। ਕਿਆ ਤੂੰ ਸੋਇਆ ਜਾਗ ਇਆਨਾ, ਤੈ ਜੀਵਨ ਜਗ ਸੱਚ ਕਰ ਜਾਨਾ ਰਹਾਉ। ਜਿਨ ਜੀਉ ਦੀਆ ਸੋ ਰਿਜ਼ਕ ਅੰਬਰਾਵੈ, ਸਭ ਘਟ ਭੀਤਰ ਹਾਟ ਚਲਾਵੈ। ਕਰ ਬੰਦਗੀ ਛਾੜ ਮੈਂ ਮੇਰਾ, ਹਿਰਦੈ ਨਾਮ ਸਮਾਰ ਸਵੇਰਾ। ਜਨਮ ਸਿਰਾਨੋ ਪੰਥ ਨਾ ਸਵਾਰਾ, ਸਾਂਝ ਪਰੀ ਦਹਿਦਸ ਅੰਧਿਆਰਾ। ਕਹਿ ਰਵਿਦਾਸ ਨਿਦਾਨ ਦੀਵਾਨੇ, ਚੇਤਸ ਨਾਹੀ ਦੁਨੀਆ ਫਨ ਖਾਨੇ। ਕਹਿ ਰਵਿਦਾਸ ਨਿਦਾਨ ਦੀਵਾਨੇ, ਚੇਤਸ ਨਾਹੀ ਦੁਨੀਆ ਫਨ ਖਾਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਮਤ ਬਖਸ਼ਿਸ਼ ਹੋਈ ਹੈ। ਅੰਮ੍ਰਿਤ ਵੇਲੇ ਤੋਂ ਗਰੀਬ ਨਵਾਜ ਪਾਤਸ਼ਾਹ ਤਖਤ ਸਾਹਿਬ ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਹਨ। ਅੰਮ੍ਰਿਤ ਵੇਲੇ ਦੇ ਸਜੇ ਦੀਵਾਨਾਂ ਵਿੱਚ ਨਿਤਨੇਮ ਬਾਣੀਆਂ ਦੇ ਪਾਠ, ਗੁਰਮੰਤਰ ਦੇ ਜਾਪ, ਆਸਾ ਦੀ ਵਾਰ ਦਾ ਕੀਰਤਨ ਆਪ ਜੀਆਂ ਨੇ ਸਰਵਣ ਕੀਤਾ ਹੈ। ਉਸ ਤੋਂ ਉਪਰੰਤ ਅੱਜ ਦਾ ਇਲਾਹੀ ਫਰਮਾਨ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਬਖਸ਼ਿਸ਼ ਕੀਤਾ ਹੈ, ਉਸ ਦਾ ਪਾਠ ਆਪ ਜੀਆਂ ਨੇ ਸਰਵਣ ਕੀਤਾ। ਆਓ ਸਾਧ ਸੰਗਤ
ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਬਖਸ਼ਿਸ਼ ਕਰਕੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਮਤ ਬੁੱਧ ਸੋਝੀ ਬਖਸ਼ਿਸ਼ ਕਰਕੇ ਕਰਵਾ ਲੈਣ। ਕਰੋ ਕਿਰਪਾ ਸਾਧ ਸੰਗਤ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਸਾਨੂੰ ਮਨ ਦਾ ਟਿਕਾਓ ਇਕਾਗਰਤਾ ਦੀ ਦਾਤ ਬਖਸ਼ਿਸ਼ ਕਰਨ। ਪਿਆਰ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਅੱਜ ਦਾ ਜੋ ਪਾਵਨ ਪਵਿੱਤਰ ਇਲਾਹੀ ਫਰਮਾਨ ਬਖਸ਼ਿਸ਼ ਹੋਇਆ ਹੈ, ਭਗਤ ਰਵਿਦਾਸ ਜੀ ਦਾ ਪਾਵਨ ਪਵਿੱਤਰ ਸ਼ਬਦ ਰਾਗ ਸੂਹੀ ਵਿੱਚ ਹੈ। ਭਗਤ ਜੀ ਦਾ ਹੀ ਅੱਜ ਜਨਮ ਦਿਹਾੜਾ ਹੈ ਤੇ ਉਹਨਾਂ ਦਾ ਹੀ ਇਲਾਹੀ ਫਰਮਾਨ ਬਖਸ਼ਿਸ਼ ਹੋਇਆ ਹੈ। ਮੈਂ ਕਈ ਵਾਰ ਇਹ ਵਿਚਾਰ ਆਪ ਸੰਗਤਾਂ ਦੇ ਨਾਲ ਕੀਤੀ ਹੈ ਕਿ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹਾਂ, ਪ੍ਰਤੱਖ ਜਾਣਦੇ ਹਾਂ, ਤੇ ਫਿਰ ਇੰਨਾ ਕੁ ਸਿੱਖ ਨੂੰ ਭਰੋਸਾ ਹੋਣਾ ਚਾਹੀਦਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਰ ਵੇਲੇ ਬੋਲਦੇ ਨੇ, ਹਾਜ਼ਰ ਨਾਜ਼ਰ ਨੇ, ਪ੍ਰਤੱਖ ਨੇ। ਸਾਡੇ ਸਵਾਲਾਂ ਦੇ ਸਾਰੇ ਜਵਾਬ ਮਿਲਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚੋਂ। ਹੁਣ ਅੱਜ ਵਾਲਾ ਜਿਹੜਾ ਹੁਕਮਨਾਮਾ ਹੈ, ਇੱਥੋਂ ਹੀ ਤੁਸੀਂ ਅੰਦਾਜ਼ਾ ਲਾ ਲਓ ਵੀ ਕਿਹੜਾ ਆਪਾਂ ਇਹ ਸੋਚ ਸਮਝ ਕੇ ਕੋਈ ਆਪਾਂ ਆਪ ਤੇ ਨਹੀਂ ਨਾ ਅੰਗ ਬਦਲ ਕੇ ਵੀ ਹੁਕਮਨਾਮਾ ਕੱਢਿਆ। ਜੋ ਆ ਗਿਆ ਮਹਾਰਾਜ ਦਾ ਫਰਮਾਨ। ਸਾਹਿਬ ਜੀ ਨੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਪਸ਼ਟ ਕਰ ਦਿੱਤਾ ਕਿ ਭਾਈ ਇਹ ਭਗਤ ਵੀ ਉਸੇ ਤਰ੍ਹਾਂ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਜੀ, ਜਿਵੇਂ ਉਹਨਾਂ ਦੇ ਇਲਾਹੀ ਫਰਮਾਨ ਆਉਂਦੇ ਅਸੀਂ ਨਮਸਕਾਰ ਕਰਦੇ ਹਾਂ, ਵੀ ਇਹਨਾਂ ਭਗਤਾਂ ਨੂੰ ਵੀ ਅਸੀਂ ਨਾਲ ਹੀ ਬਿਠਾ ਕੇ ਉਹੀ ਦਰਜਾ ਦਿੱਤਾ ਹੈ। ਪਰ ਐਸਾ ਹੋ ਨਾ ਸਕਿਆ। ਗੁਰੂ ਮਹਾਰਾਜ ਜੀ ਨੇ ਤੇ ਨਾਲ ਬਿਠਾ ਕੇ ਸਭ ਇੱਕ ਕੀਤਾ ਸੀ, ਅਸੀਂ ਵੰਡੀਆਂ ਪਾ ਦਿੱਤੀਆਂ। ਵੰਡੀਆਂ ਵੀ ਇੰਨੀਆਂ ਜ਼ਿਆਦੀਆਂ ਪੈ ਗਈਆਂ ਨੇ ਕਿ ਜਾਤਾਂ ਪਾਤਾਂ ਦੇ ਆਧਾਰ ਤੇ ਗੁਰਦੁਆਰੇ ਵੀ ਬਣ ਗਏ, ਜਾਤਾਂ ਪਾਤਾਂ ਦੇ ਆਧਾਰ ਦੇ ਉੱਤੇ ਸੰਸਥਾਵਾਂ ਵੀ ਬਣ ਗਈਆਂ। ਰਾਜਨੀਤਿਕ ਲੋਕਾਂ ਨੇ ਆਪਣੀ ਚਾਲ ਖੇਡੀ ਤੇ ਉਸ ਚਾਲ ਦੇ ਵਿੱਚੋਂ ਕਾਮਯਾਬ ਵੀ ਹੋਏ ਰਾਜਨੀਤਿਕ ਲੋਕ, ਕਿਉਂਕਿ ਸਮੇਂ-ਸਮੇਂ ਤੋਂ ਚਾਲਾਂ ਖੇਡਦੇ ਰਹਿੰਦੇ ਨੇ। ਜਿਹੜੀ ਬਰਾਦਰੀ ਜਿਸ ਇਲਾਕੇ ਦੇ ਵਿੱਚ ਜ਼ਿਆਦਾ ਹੋਵੇ, ਰਾਜਨੀਤਿਕ ਲੋਕ ਆਪਣਾ ਬੰਦਾ ਉਸ ਬਰਾਦਰੀ ਵਿੱਚੋਂ ਖਿਲਾਰ ਕੇ ਇਹ ਸ਼ੋਅ ਕਰਨਾ ਚਾਹੁੰਦੇ ਹੁੰਦੇ ਉੱਥੇ ਕਿ ਵੇਖੋ ਜੀ, ਇਹ ਤਾਂ ਤੁਹਾਡੀ ਬਰਾਦਰੀ ਦਾ ਬੰਦਾ ਖਲੋਤਾ, ਉਹਨਾਂ ਨੂੰ ਤੁਸੀਂ ਤਗੜੇ ਹੋ ਕੇ ਇਹਨੂੰ ਜਿਤਾ ਦਿਓ। ਉਦੋਂ ਕੋਈ ਉਹਨਾਂ ਦੇ ਅੰਦਰ ਕੋਈ ਧਰਮ ਸੱਚਾਈ ਨਹੀਂ ਹੁੰਦੀ, ਸਿਰਫ ਤੇ ਸਿਰਫ ਉਹਨਾਂ ਨੂੰ ਆਪਣੀ ਕੁਰਸੀ ਵਾਸਤੇ ਧਰਮ ਨੂੰ ਵੀ ਵਰਤਣ ਦੀ ਉਹ ਪੂਰੀ ਕੋਸ਼ਿਸ਼ ਕਰਦੇ ਨੇ। ਔਰ ਵੰਡੀਆਂ ਉਹਨਾਂ ਦੀਆਂ ਪਾਈਆਂ ਹੋਈਆਂ ਨੇ। ਜੇ ਉਹਨਾਂ ਨੇ ਇਹਨਾਂ ਸਾਡੇ ਵੀਰਾਂ ਨੂੰ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਭਗਤ ਰਵਿਦਾਸ ਜੀ ਦੇ ਜਾਤ ਨਾਲ ਸੰਬੰਧਿਤ ਰੱਖਣ ਵਾਲੇ, ਜੇ ਉਹਨਾਂ ਨੂੰ ਅੱਡ ਕੀਤਾ ਤੇ ਉਹਨਾਂ ਦਾ ਨਹੀਂ ਕਸੂਰ ਕੋਈ, ਇਹ ਰਾਜਨੀਤਿਕ ਲੋਕਾਂ ਦਾ ਕਸੂਰ ਹੈ। ਉਹਨਾਂ ਨੇ ਵੰਡੀਆਂ ਪਾਈਆਂ ਨੇ। ਪਿੱਛੇ ਜੇ ਬੜਾ ਨੁਕਸਾਨ ਵੀ ਹੋਇਆ, ਆਪਸ ਵਿੱਚ ਭਰਾ ਮਾਰੂ ਜੰਗ ਵੀ ਹੋਈ। ਤੇ ਇਹ ਸਾਰਾ ਕੁਝ ਕਿਉਂ ਹੋਇਆ? ਕਿਉਂਕਿ ਉਹਨਾਂ ਨੂੰ ਨਾ ਤੇ ਅਸੀਂ ਸਮਝਾ ਸਕੇ ਵੀ ਤੁਸੀਂ ਭਰਾਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਭਗਤ ਰਵਿਦਾਸ ਜੀ ਬੈਠੇ ਨੇ, ਆਪਾਂ ਸਾਰੇ ਬਰਾਬਰ ਹਾਂ, ਕਿਉਂ ਵੰਡੀਆਂ ਪਾਉਂਦੇ ਆ? ਉਹਨਾਂ ਨੇ ਭਗਤ ਰਵਿਦਾਸ ਜੀ ਦੇ ਗੁਰਦੁਆਰੇ, ਉਹਨਾਂ ਦੇ ਮੰਦਿਰ ਵੀ ਬਣਾਉਣੇ ਸ਼ੁਰੂ ਕਰ ਦਿੱਤੇ। ਮੂਰਤੀਆਂ ਸਥਾਪਿਤ ਹੋ ਗਈਆਂ ਭਗਤ ਰਵਿਦਾਸ ਜੀ ਦੀਆਂ, ਜਦ ਕਿ ਮੂਰਤੀ ਵਿਰੁੱਧ ਭਗਤ ਜੀ ਨੇ ਬੜਾ ਪ੍ਰਚਾਰ ਕੀਤਾ, ਪਰ ਉਹਨਾਂ ਦੀਆਂ ਹੀ ਮੂਰਤੀਆਂ ਬਣਾ ਦਿੱਤੀਆਂ ਗਈਆਂ। ਖੈਰ, ਇਹ ਦੁਪਹਿਰ ਦੇ ਦੀਵਾਨ ਵਿੱਚ ਸਾਰੀਆਂ ਵਿਚਾਰਾਂ ਹੋਣੀਆਂ ਨੇ। ਉਹਨਾਂ ਦੇ ਜੀਵਨ ਨਾਲ ਸੰਬੰਧਿਤ ਅੱਜ ਸਾਰਾ ਦਿਨ ਦਾ ਦੀਵਾਨ ਚੱਲਣਾ ਹੈ। ਅੱਜ ਭਗਤ ਜੀ ਦਾ ਜੋ ਇਲਾਹੀ ਫਰਮਾਨ ਹੁਕਮਨਾਮਾ ਹੈ, ਮੈਂ ਉਸ ਦੀ ਵਿਚਾਰ ਦੇ ਨਾਲ ਜੁੜਨਾ ਚਾਹੁੰਦਾ ਹਾਂ। ਭਗਤ ਜੀ ਅੱਜ ਦੇ ਸ਼ਬਦ ਵਿੱਚ ਕਿਰਪਾ ਕਰਦੇ ਨੇ ਕਿ ਐ ਭਾਈ, ਸੰਸਾਰ ਦੇ ਅੰਦਰ ਸਦੀਵੀ ਤੌਰ ਤੇ ਕਿਸੇ ਨੇ ਰਹਿਣਾ ਨਹੀਂ ਹੈ, ਜਿਹੜਾ ਵੀ ਆਇਆ ਉਹਨੇ ਤੁਰ ਜਾਣਾ ਹੈ। ਤੇ ਭਗਤ ਜੀ ਕਹਿੰਦੇ ਨੇ, ਐ ਇਆਣੇ ਮਨੁੱਖ, ਤੂੰ ਕਿਉਂ ਮਾਇਆ ਦੀ ਨੀਂਦ ਵਿੱਚ ਸੁੱਤਾ ਪਿਆ ਹੈ? ਭਗਤ ਜੀ ਦਾ ਰਹਾਉ ਵਾਲੀਆਂ ਪਾਵਨ ਪਵਿੱਤਰ ਪੰਕਤੀਆਂ ਨੇ।
ਕਿਆ ਤੂੰ ਸੋਇਆ ਜਾਗ ਇਆਨਾ। ਐ ਇਆਣੇ ਮਨੁੱਖ, ਬੇਸਮਝ ਮਨੁੱਖ, ਤੂੰ ਮਾਇਆ ਦੀ ਨੀਂਦ ਵਿੱਚ ਸੁੱਤਾ ਪਿਆ ਹੈ। ਤੈਂ ਜੀਵਨ ਜਗ ਸੱਚ ਕਰ ਜਾਣਾ। ਤੂੰ ਇਸ ਜੀਵਨ ਨੂੰ ਜਗ ਵਿੱਚ, ਜਗਤ ਵਿੱਚ ਸੱਚਾ ਕਰਕੇ ਮੰਨ ਲਿਆ ਹੈ। ਭਾਵ ਕਿ ਸਥਿਰ ਹੋ ਕੇ ਬੈਠ ਗਿਆ ਕਿ ਸ਼ਾਇਦ ਮੈਂ ਤੁਰਨਾ ਹੀ ਨਹੀਂ, ਮੈਂ ਜਾਣਾ ਹੀ ਨਹੀਂ ਹੈ। ਕਹਿੰਦੇ ਸੰਸਾਰ ਤੋਂ ਸਭ ਨੇ ਕੂਚ ਕਰ ਜਾਣਾ ਹੈ। ਜਿਹੜਾ ਦਿਨ ਚੜ੍ਹ ਗਿਆ, ਦਿਨ ਲੰਘ ਜਾਣਾ ਹੈ। ਕਿਸੇ ਵੀ ਦਿਨ ਨੇ ਉਡੀਕ ਨਹੀਂ ਕਰਨੀ। ਦਿਨ ਆਇਆ ਤੇ ਚਲਿਆ ਗਿਆ। ਬੰਦਾ ਸੁੱਤਾ ਹੋਵੇ ਚਾਹੇ ਜਾਗਦਾ ਹੋਵੇ, ਦਿਨ ਚਲਿਆ ਜਾਂਦਾ, ਰਾਤ ਤੁਰੀ ਜਾਂਦੀ ਹੈ। ਸਾਹਿਬ ਜੀ ਦੇ ਪਾਵਨ ਪਵਿੱਤਰ ਬਾਣੀ ਅੰਦਰ ਬਚਨ ਨੇ। ਸਾਹਿਬ ਜੀ ਕਹਿੰਦੇ ਨੇ, ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਉ ਪਾਣੀ। ਸਤਿਗੁਰੂ ਮਹਾਰਾਜ ਜੀ ਕਹਿੰਦੇ ਉਮਰ ਤਾਂ ਤੁਰੀ ਜਾਂਦੀ ਹੈ ਕਿ ਇੱਕ ਸਵਾਸ ਕਰਕੇ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਮਨੁੱਖ ਸੰਸਾਰ ਦੇ ਅੰਦਰ ਵਿਚਰਦਾ ਹੈ। ਇਹ 3.5 ਮਣ ਦੀ ਦੇਹ ਜਿਹੜੀ ਆ ਪਾਣੀ ਤੇ ਅੰਨ ਨਾਲ ਚੱਲਦੀ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਬੰਦਾ ਇਹ ਸਮਝ ਬੈਠਿਆ ਕਿ ਮੈਂ ਸੰਸਾਰ ਤੋਂ ਜਾਣਾ ਹੀ ਨਹੀਂ ਹੈ, ਤੇ ਇੰਨਾ ਕੁ ਮੋਹ ਪਾ ਕੇ ਸੰਸਾਰ ਨਾਲ, ਸਰੀਰ ਨਾਲ ਬੈਠ ਗਿਆ। ਪਰ ਇਹਨੂੰ ਇਹ ਨਹੀਂ ਪਤਾ ਜਦੋਂ ਮੌਤ ਨੇ ਆਉਣਾ ਤੇ ਸਾਰੇ ਦਰਵਾਜ਼ੇ ਤੋੜ ਦੇਣੇ। ਉਸ ਮੌਤ ਨੇ ਸਭ ਦਰਵਾਜ਼ਿਆਂ ਨੂੰ ਤੋੜ ਕੇ ਮੌਤ ਨੇ ਆ ਜਾਣਾ। ਫਿਰ 4 ਭਾਈਆਂ ਨੇ ਚੁੱਕ ਕੇ ਕੰਧੇ ਉੱਤੇ ਇਹਨੂੰ ਸ਼ਮਸ਼ਾਨ ਘਾਟ ਨੂੰ ਲੈ ਤੁਰਨਾ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੇ ਕੋਈ ਸਮਾਜ ਸੰਸਾਰ ਦੇ ਵਿੱਚ ਚੰਗਾ ਕਰਮ ਕੀਤਾ ਹੋਇਆ, ਉਹ ਚੰਗੇ ਕਰਮੀ ਤੇਰੇ ਗੁਣ ਜਿਹੜੇ ਸ਼ੁਭ ਹੋਣਗੇ, ਉਹਨਾਂ ਨੇ ਤੇਰਾ ਸਾਥ ਦੇਣਾ ਹੈ। ਬਾਕੀ ਤੇਰਾ ਸਾਥ ਕੋਈ ਨਹੀਂ ਦੇਗਾ। ਬਾਬਾ ਫਰੀਦ ਸਾਹਿਬ ਜੀ ਦਾ ਬਚਨ ਹੈ, 3.5 ਮਣ ਦਿਹੁਰੀ ਚੱਲੈ ਪਾਣੀ ਅੰਨ। ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬੰਨ। ਮਲਕਲ ਮੌਤ ਜੇ ਆਪਸੀ ਸਭ ਦਰਵਾਜੇ ਭੰਨ। ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਵੇਖੋ ਬੰਦਾ ਚੱਲਿਆ 4 ਜਣਿਆਂ ਦੇ ਕੰਨ ਫਰੀਦਾ। ਅਮਲ ਜੇ ਕੀਤੇ ਦੁਨੀ ਵਿੱਚ ਦਰਗ ਹੈ ਆਏ ਕੰਮ। ਜੇ ਮਨੁੱਖ ਨੇ ਚੰਗੇ ਸ਼ੁਭ ਕਰਮ ਕੀਤੇ, ਕਹਿਣ ਲੱਗੇ ਉਹੀ ਕੰਮ ਆਉਣੇ ਹਨ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਅੰਦਰ ਮੇਰੇ ਸਾਹਿਬ ਸਾਨੂੰ ਸੁਚੇਤ ਕਰਦੇ ਨੇ, ਏਕ ਰੈਣ ਕੇ ਪਹੁਣ ਤੁਮ ਆਏ, ਬਹੁ ਜੁਗ ਆਸ ਵਧਾਏ। ਆਇਆ ਤੇ ਬੰਦਿਆਂ ਤੋਂ ਬੜੇ ਥੋੜੇ ਸਮੇਂ ਵਾਸਤੇ, ਪਰ ਬੜੀਆਂ ਲੰਮੀਆਂ ਆਸਾਂ ਲਾ ਕੇ ਬੈਠ ਗਿਆ ਹੈ। ਤੈਨੂੰ ਸੰਸਾਰ ਤੋਂ ਤੁਰਨਾ ਜਾਣਾ ਯਾਦ ਹੀ ਨਹੀਂ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਧਿਆਨ ਮਾਰ ਕੇ ਦੇਖੋ ਕਿ ਮ੍ਰਿਤ ਮੰਡਲ ਜਗ ਸਾਜਿਆ। ਜਿਉ ਬਾਲੂ ਘਰ ਬਾਰ, ਬਿਨਸਤ ਬਾਰ ਨ ਲੱਗਈ ਜਿਉ ਕਾਗਦ ਬੂੰਦਾਰ। ਸੁਣ ਮੇਰੀ ਮਨਸਾ ਮਨੇ ਮਾਏ ਸਤ ਦੇਖ ਵਿਚਾਰ। ਸਿੱਧ ਸਾਧ ਗ੍ਰਹੀ ਜੋਗੀ ਤਜ ਗਏ ਘਰ ਬਾਰ। ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ। ਦ੍ਰਿਸ਼ਟਮਾਨ ਸਭ ਬਿਨਸਿਆ ਕਿਆ ਲਗ ਹੈ ਗਵਾਰ। ਕਾਹਾਂ ਸੁਭਾਈ ਮੀਤ ਹੈ ਦੇਖ ਨੈਣ ਪਸਾਰ। ਇੱਕ ਚੱਲ ਹੈ ਇੱਕ ਚੱਲ ਸੇ ਸਭ ਆਪਣੀ ਵਾਰ। ਸਤਿਗੁਰੂ ਮਹਾਰਾਜ ਜੀ ਕਹਿੰਦੇ ਤੂੰ ਧਿਆਨ ਤਾਂ ਮਾਰ ਕੇ ਦੇਖ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਰਾ ਝਾਤ ਮਾਰ ਕੇ ਦੇਖ ਫਰੀਦਾ, ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਾਣੇ ਉਹੇ ਤੈ ਪਾਸੋਂ ਉਹ ਲੱਦ ਗਏ। ਤੂੰ ਅਜੇ ਨਾ ਪਤੀਣਿਓ, ਝਾਤ ਮਾਰ ਕੇ ਦੇਖ ਤੇਰਾ ਪਰਿਵਾਰ ਦਾਦੇ ਪੜਦਾਦੇ ਕਿੱਧਰ ਚਲੇ ਗਏ। ਤੇ ਫਰੀਦਾ ਤੁਰ ਤੂੰ ਹੀ ਜਾਣਾ। ਸਾਨੂੰ ਕਹਿ ਰਹੇ ਨੇ ਕਿ ਝਾਤ ਮਾਰ ਕੇ ਦੇਖੋ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ ਭਗਤ ਕਬੀਰ ਸਾਹਿਬ ਜੀ ਵੀ ਕਹਿੰਦੇ ਨੇ, ਭਗਤ ਜੀ ਕਹਿੰਦੇ ਨੇ ਪਿਆਰਿਓ, ਐਸੋ ਇਹ ਸੰਸਾਰ ਵੇਖਣਾ ਰਹਿਣ ਨਾ ਕੋ ਪਈ ਹੈ ਰੇ। ਕਹਿੰਦੇ ਸੰਸਾਰ ਅੰਦਰ ਅਸੀਂ ਵੇਖਦੇ ਪਏ ਹਾਂ ਕਿ ਰਹਿਣ ਵਾਲਾ ਇੱਥੇ ਕਿਹੜਾ ਹੈ। ਐਸੋ ਇਹ ਸੰਸਾਰ ਵੇਖਣਾ ਰਹਿਣ ਨਾ ਕੋ ਪਈ ਹੈ ਰੇ। ਸੁਧੇ ਸੁਧੇ ਰੇਗ ਚੱਲੋ ਤੁਮ ਨਤਰ ਕੋ ਧੱਕਾ ਦਵਈ ਹੈ ਰੇ। ਬਾਰੇ ਬੂਢੇ ਤਰਨੇ ਭਈਆ ਸਭ ਹੂੰ ਜਮ ਲੈ ਜਈ ਹੈ ਰੇ। ਮਾਨਸ ਬਪਰਾ ਮੂਸਾ ਕੀਨੋ ਮੀਚ ਬਲਈਆ ਖਈ ਹੈ ਰੇ। ਭਗਤ ਜੀ ਕਹਿਣ ਲੱਗੇ ਕਿ ਉਸ ਪ੍ਰਭੂ ਪਰਮਾਤਮਾ ਵਾਹਿਗੁਰੂ ਨੇ ਇੱਕ ਨਿਯਮ ਬਣਾਇਆ ਹੈ। ਕੀ ਨਿਯਮ ਬਣਾਇਆ ਹੈ? ਭਾਵੇਂ ਕੋਈ ਧਨਵਾਨ ਹੈ ਤੇ ਭਾਵੇਂ ਕੋਈ ਗਰੀਬ ਹੈ, ਮੌਤ ਨੇ ਤਾਂ ਸਭ ਨੂੰ ਆ ਜਾਣਾ ਹੈ। ਧਨਵੰਤਾ ਅਰ ਨਿਰਧਨ ਮਨ ਹੀ ਤਾਂ ਕਿ ਕਛੂ ਨਾ ਕਾਨੀ ਰੇ। ਰਾਜਾ ਪ੍ਰਜਾ ਸਮ ਕਰ ਮਾਰੇ ਐਸੋ ਕਾਲ ਬਡਾਨੀ ਰੇ। ਇੱਥੇ ਰਾਜਾ ਹੋਵੇ ਚਾਹੇ ਭਿਖਾਰੀ ਹੋਵੇ, ਇਹਦਾ ਮੌਤ ਨੇ ਲਿਹਾਜ਼ ਕਿਸੇ ਦਾ ਨਹੀਂ ਕਰਨਾ। ਅੱਜ ਦਾ ਪਾਵਨ ਪਵਿੱਤਰ ਭਗਤ ਰਵਿਦਾਸ ਜੀ ਦਾ ਸ਼ਬਦ ਇਹੀ ਹੈ ਕਿ ਭਾਈ ਦਿਨ ਆਇਆ ਤੇ ਤੁਰ ਗਿਆ ਹੈ, ਦਿਨ ਆਇਆ ਤੇ ਤੁਰਿਆ ਜਾਂਦਾ। ਤੂੰ ਘਟਦਾ ਜਾ ਰਿਹਾ ਦਿਨੋਂ ਦਿਨ, ਤੇਰੀ ਉਮਰ ਜਿਹੜੀ ਹੈ, ਪਰ ਤੂੰ ਇੰਨਾ ਮਾਇਆ ਦੀ ਨੀਂਦ ਵਿੱਚ ਸੁੱਤਾ ਪਿਆ। ਤੈਨੂੰ ਜੱਗ ਤੋਂ ਜਾਣਾ ਇਉਂ ਲੱਗਦਾ ਵੀ ਤੁਰਨਾ ਹੀ ਨਹੀਂ, ਜਾਣਾ ਨਹੀਂ। ਤਾਂ ਕਰਕੇ ਤੂੰ ਆਪਣੀ ਜ਼ਿੰਦਗੀ ਨੂੰ ਸਵਾਰਦਾ ਨਹੀਂ ਪਿਆ। ਜੇ ਤੈਨੂੰ ਜਾਣਾ ਚੇਤੇ ਹੋਵੇ ਫਿਰ ਤੂੰ ਆਪਣੀ ਜ਼ਿੰਦਗੀ ਨੂੰ ਸਵਾਰ ਲਵੇਂ। ਕਿਵੇਂ ਸਵਾਰ ਲਵੇਂ? ਉਸ ਮਾਲਕ ਪ੍ਰਭੂ ਦੀ ਵਡਿਆਈ ਕਰਕੇ, ਉਹਦੀ ਸਿਫਤ ਕਰਕੇ, ਉਹਦਾ ਨਾਮ ਜਪ ਕੇ, ਉਹਦੀ ਬੰਦਗੀ ਕਰਕੇ ਆਪਣਾ ਜੀਵਨ ਤੂੰ ਸਵਾਰ ਲਵੇਂ। ਭਗਤ ਜੀ ਕਹਿਣ ਲੱਗੇ ਜਦੋਂ ਸੰਸਾਰ ਵੱਲੇ ਝਾਤ ਮਾਰ ਕੇ ਦੇਖਦੇ ਆ ਤੇ ਇੱਥੇ ਤਾਂ ਜਿਹੜਾ ਵੀ ਅਮੀਰ ਗਰੀਬ ਜੋ ਵੀ ਆਇਆ ਹੈ
ਉਹ ਤੁਰ ਗਿਆ ਸੰਸਾਰ ਤੋਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਅੰਦਰ ਮੇਰੇ ਸਾਹਿਬ ਜੀ ਕਹਿੰਦੇ, ਰਾਣਾ ਰਾਉ ਨਾ ਕੋ ਰਹੈ, ਰੰਗ ਨ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਏ ਨਾ ਬੰਧੈ। ਧੀਰ ਸਾਹਿਬ ਜੀ ਕਹਿੰਦੇ ਨੇ ਇੱਥੇ ਤਾਂ ਆਪਣੀ ਆਪਣੀ ਵਾਰੀ ਦੇ ਨਾਲ ਸਭ ਨੇ ਤੁਰ ਜਾਣਾ ਹੈ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਨੂੰ ਪਾਵਨ ਪਵਿੱਤਰ ਬਾਣੀ ਅੰਦਰ ਇੱਕ ਨਹੀਂ ਅਨੇਕਾਂ ਪ੍ਰਮਾਣ ਦੇ ਕੇ ਜੀਵ ਨੂੰ ਸਮਝਾਉਂਦੇ ਨੇ ਕਿ ਐ ਮਨੁੱਖ ਜਰਾ ਝਾਤ ਮਾਰ ਕੇ ਦੇਖ ਕਿ ਸੰਸਾਰ ਦੇ ਅੰਦਰ ਕਿਹੜੇ ਕਿਹੜੇ ਵੱਡੇ ਲੋਕ ਆਏ ਨੇ। ਮੇਰੇ ਸਾਹਿਬ ਜੀ ਕਹਿੰਦੇ ਨੇ ਕਿ ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਜਿਨ੍ਹਾਂ ਨੇ ਆਪਣੀ ਲੰਕਾ ਨੂੰ ਸੋਨੇ ਦੀ ਬਣਾਇਆ ਸੀ, ਸਤਿਗੁਰੂ ਮਹਾਰਾਜ ਜੀ ਕਹਿੰਦੇ ਝਾਤ ਮਾਰ ਕੇ ਦੇਖ ਹਰੇ ਤੇ ਉਹ ਵੀ ਨਹੀਂ। 1 ਲੱਖ ਪੂਤ 1.25 ਲੱਖ ਨਾਤੀ, ਤੇ ਰਾਵਣ ਘਰ ਦੀਆ ਨਾ ਬਾਤੀ। ਜਿਹਦਾ 1 ਲੱਖ ਕਹਿੰਦੇ ਪੁੱਤ ਤੇ 1.25 ਲੱਖ ਅਗੋਂ ਦੋਤੇ ਦੋਤਰੀਆਂ, ਐਡਾ ਵੱਡਾ ਪਰਿਵਾਰ ਖਾਨਦਾਨ, ਸਤਿਗੁਰੂ ਕਹਿੰਦੇ ਉਹਦੇ ਘਰ ਵਿੱਚ ਦੀਵਾ ਬਾਲਣ ਵਾਲਾ ਵੀ ਕੋਈ ਨਾ ਰਿਹਾ। ਇਹਦਾ ਮਤਲਬ ਸੰਸਾਰ ਤੇ ਰਹਿਣਾ ਕਿਸੇ ਨੇ ਨਹੀਂ। ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ, ਰਾਮ ਗਇਓ ਰਾਮਨ ਗਇਓ ਜਾਂ ਕੋ ਬਹੁ ਪਰਿਵਾਰ। ਸਾਹਿਬ ਜੀ ਕਹਿੰਦੇ ਨੇ ਇਹ ਜਿਹੜਾ ਜਗਤ ਹੈ, ਸੰਸਾਰ ਹੈ, ਇਹਨੂੰ ਤਾਂ ਮੈਂ ਚੰਗੀ ਤਰ੍ਹਾਂ ਰੀਝ ਨਾਲ ਵੇਖ ਲਿਆ ਹੈ। ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕੇ ਕਾਲ। ਇੱਥੇ ਜਗਤ ਵਿੱਚ ਜਿਹੜੀ ਚੀਜ਼ ਉਪਜੀ ਹੈ, ਪੈਦਾ ਹੋਈ, ਉਹਨੇ ਇੱਕ ਦਿਨ ਬਿਨਸ ਜਾਣਾ ਹੈ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਵੀ ਇੱਕ ਸਵਈਏ ਦੇ ਅੰਦਰ ਇਹੀ ਸਮਝਾਉਂਦੇ ਨੇ ਕਿ ਪਿਆਰਿਓ, ਸੰਸਾਰ ਦੇ ਅੰਦਰ ਚਾਹੇ ਧਾਰਮਿਕ ਲੋਕ ਨੇ, ਪੀਰ ਫਕੀਰ ਰਿਸ਼ੀ ਮੁਨੀ ਆਏ, ਅਵਤਾਰ ਆਏ, ਚਾਹੇ ਸੰਸਾਰ ਉੱਤੇ ਰਾਜੇ ਮਹਾਰਾਜੇ ਆਏ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸਭ ਨੂੰ ਜਾਣਾ ਪੈ ਗਿਆ ਜਗਤ ਸੰਸਾਰ ਤੋਂ। ਕਿਉਂਕਿ ਅੱਜ ਦਾ ਭਗਤ ਰਵਿਦਾਸ ਜੀ ਦਾ ਸ਼ਬਦ ਹੀ ਇਸੇ ਸੰਬੰਧ ਵਿੱਚ ਹੀ ਹੈ। ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਏਕ ਸ਼ਿਵ ਭਏ ਏਕ ਗਏ, ਏਕ ਫਿਰ ਭਏ, रामचंद्र कृष्ण के अवतार भी अनेक हैं, ब्रह्मा और विष्णु केते वेद और पुराण केते सिमृत समूहन के हुए हुए बताए हैं। साहब जी कहते अश्विनी कुमार केते अंसा अवतार केते काल बस भये हैं, पीर और पकामर केते गड़े न परते ते भूम ही के होए फिर भूम ही मिलाए है। ਇਹਦੇ ਵਿੱਚ ਤਾਂ ਗੁਰੂ ਸਾਹਿਬ ਨੇ ਜ਼ਿਕਰ ਕਰ ਦਿੱਤਾ ਧਾਰਮਿਕ ਲੋਕਾਂ ਦਾ। ਤੇ ਦੂਸਰੇ ਸਵਈਏ ਵਿੱਚ ਸਾਹਿਬ ਜੀ ਕਹਿੰਦੇ ਨੇ, ਜੋਗੀ ਜਤੀ ਬ੍ਰਹਮਚਾਰੀ ਬੜੇ ਬੜੇ ਛਤਰ ਧਾਰੀ, ਛਤਰ ਹੀ ਕੀ ਛਾਇਆ ਕਈ ਕੋਸ਼ ਕੋ ਚਲਤ ਹੈ। ਸਾਹਿਬ ਜੀ ਕਹਿੰਦੇ ਬੜੇ ਬੜੇ ਰਾਜੇ ਜਿਹੜੇ ਜਦ ਚੱਲਦੇ ਨੇ, ਕਈ ਕਈ ਕੋਹਾਂ ਤੱਕ ਤੁਰਦੇ ਨੇ ਤੇ ਸਿਰਾਂ ਉੱਤੇ ਛਤਰ ਝੁਲਦੇ ਜਾਂਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਦਾਰਾ ਸੇ ਦਲੀਸਰ ਦਰਜੋਧਨ ਸੇ ਮਾਨ ਧਾਰੀ, ਭੋਗ ਭੋਗ ਭੂਮ ਅੰਤ ਭੂਮ ਹੈ ਮਿਲਤ ਹੈ। ਇਸ ਮਿੱਟੀ ਚੋਂ ਪੈਦਾ ਹੋਏ ਤੇ ਇਹਦੇ ਵਿੱਚ ਹੀ ਮਿਲ ਗਏ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਸਾਨੂੰ ਬਾਰ-ਬਾਰ ਇਸ ਗੱਲ ਦੀ ਪ੍ਰੇਰਨਾ ਦਿੰਦੀ ਹੈ ਕਿ ਪਿਆਰਿਓ, ਜਗਤ ਸੰਸਾਰ ਅੰਦਰ ਅਸੀਂ ਬਹੁਤਾ ਲੰਮਾ ਸਮਾਂ ਨਹੀਂ ਲੈ ਕੇ ਆਏ, ਥੋੜੇ ਸਮੇਂ ਵਾਸਤੇ ਆਏ ਹਾਂ, ਪਰ ਮਨੁੱਖ ਨੇ ਲੰਮੀਆਂ ਆਸਾਂ ਲਾ ਕੇ ਬੈਠ ਗਿਆ ਹੈ। ਸਾਹਿਬ ਜੀ ਕਹਿੰਦੇ ਤੂੰ ਲੰਮੀ ਆਸ ਲੈ ਕੇ ਬੈਠਾ ਹੋਇਆ ਮਾਇਆ ਦੀ ਨੀਂਦ ਵਿੱਚ ਸੌਂ ਗਿਆ, ਜਿਹਦਾ ਕਰਕੇ ਤੈਨੂੰ ਸੰਸਾਰ ਤੋਂ ਜਾਣਾ ਭੁੱਲ ਗਿਆ। ਤੇ ਜਿਹੜਾ ਅਸਲੀ ਕਾਰਨ ਸੀ, ਅਸਲੀ ਕੰਮ ਸੀ, ਜਿਹਦੇ ਵਾਸਤੇ ਤੈਨੂੰ ਨਿਰੰਕਾਰ ਨੇ ਭੇਜਿਆ, ਤੂੰ ਉਹ ਕੰਮ ਵੀ ਆਪਣਾ ਭੁਲਾ ਦਿੱਤਾ। ਉਹ ਸੀ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਉਹ ਕੰਮ ਕਿਹੜਾ ਸੀ? ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਭ। ਮਨੁੱਖਾ ਜੀਵਨ ਦੇ ਵਿੱਚ ਲਾਹ ਕਿਹੜਾ ਲੈਣਾ ਸੀ? ਆਇਓ ਸੁਣਨ ਪੜਨ ਕੋ ਬਾਣੀ, ਉਹ ਲਾਹ ਲੈਣਾ ਸੀ। ਪਰ ਭਗਤ ਜੀ ਕਹਿੰਦੇ ਉਹ ਤੇ ਲਾਹ ਜੀਵ ਨੇ ਨਹੀਂ ਲਿਆ। ਸਾਰੀ ਉਮਰ ਮਨੁੱਖ ਨੇ ਮਾਇਆ ਦੀ ਨੀਂਦ ਵਿੱਚ ਸੌਂ ਕੇ ਨਗਾ ਦਿੱਤੀ। ਤੇ ਭਗਤ ਜੀ ਕਿਰਪਾ ਕਰਦੇ ਨੇ ਸ਼ਬਦ ਦੇ ਪਹਿਲੇ ਬੰਦ ਵਿੱਚ, ਜੋ ਦਿਨ ਆਵੈ ਸੋ ਦਿਨ ਜਾਹੀ। ਭਈ ਜਿਹੜਾ ਦਿਨ ਆ ਗਿਆ ਨਾ, ਉਸ ਦਿਨ ਨੇ ਲੰਘ ਜਾਣਾ ਹੈ। ਦਿਨ ਨੇ ਤਾਂ ਉਡੀਕ ਨਹੀਂ ਕਿਸੇ ਦੀ ਕਰਨੀ। ਭਗਤ ਜੀ ਕਹਿੰਦੇ ਦਿਨ ਆਇਆ ਚਲਿਆ ਗਿਆ, ਜਿਹੜਾ ਦਿਨ ਵੀ ਚਲਿਆ ਗਿਆ ਜ਼ਿੰਦਗੀ ਵਿੱਚੋਂ ਦੁਬਾਰਾ ਨਾਲ ਨਹੀਂ ਜੁੜਨਾ। ਜਿਸ ਨੂੰ ਬਾਣੀ ਵਿੱਚ ਇਹ ਕਿਹਾ ਗਿਆ ਹੈ ਕਿ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਮਾਤਾ ਆਪਣੇ ਪੁੱਤ ਨੂੰ ਗੋਦੀ ਵਿੱਚ ਲੈਂਦੀ ਹੈ ਤੇ ਲੋਰੀਆਂ ਦਿੰਦੀ ਹੈ। ਇਹ ਕਹਿੰਦੀ ਹੈ, ਵੇਖ ਮੇਰਾ ਪੁੱਤ 2 ਦਿਨ ਦਾ, 4 ਦਿਨ ਦਾ, ਫਿਰ 10 ਦਿਨ ਦਾ, ਫਿਰ ਮਹੀਨੇ ਦਾ ਹੋ ਗਿਆ, ਫਿਰ 2 ਮਹੀਨਿਆਂ ਦਾ, ਫਿਰ 6 ਦਾ, ਫਿਰ ਸਾਲ ਦਾ, ਇੱਦਾਂ ਗਿਣੇ ਜਾਂਦੇ ਨੇ ਦਿਨ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹਨੂੰ ਭੋਲੀ ਵਿਚਾਰੀ ਨੂੰ ਪਤਾ ਹੀ ਨਹੀਂ ਹੈ
ਇਹ ਜਿਵੇਂ ਜਿਵੇਂ ਕਹਿੰਦੀ ਮੇਰਾ ਪੁੱਤ 10 15 20 ਸਾਲਾਂ ਦਾ ਹੋ ਰਿਹਾ, ਇਹ ਸਮਝ ਲਵੇ ਇੰਨੀ ਜਿੰਨੀ ਉਮਰ ਨੂੰ ਮਿਲੀ ਸੀ ਉਹਦੇ ਵਿੱਚੋਂ ਘਟਦੀ ਜਾ ਰਹੀ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜਨਨੀ ਜਾਣਤ ਸੁਤ ਬੜਾ ਹੋਤ ਹੈ, ਇਤਨਾ ਕੋ ਨਾ ਜਾਣੈ ਦਿਨ ਦਿਨ ਅਵਧ ਘਟਤ ਹੈ। ਉਹਨੂੰ ਇਹ ਨਹੀਂ ਪਤਾ ਵੀ ਦਿਨੋਂ ਦਿਨ ਘਟਦਾ ਜਾ ਰਿਹਾ ਹੈ, ਇਹਦਾ ਜਿਹੜਾ ਮਿਲੇ ਹੋਏ ਜ਼ਿੰਦਗੀ ਮਿਲੀ ਹੈ ਉਹ ਤਾਂ ਦਿਨੋਂ ਦਿਨ ਘਟਦੀ ਜਾ ਰਹੀ ਹੈ। ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਕਹਿੰਦੀ ਐ ਜੀਵ ਜਿਹੜਾ ਦਿਨ ਚੜ ਗਿਆ ਉਹ ਦਿਨ ਨੇ ਚਲੇ ਜਾਣਾ, ਤੂੰ ਸੰਭਾਲ ਕਰ ਲੈ, ਸਵਾਸਾਂ ਦੀ ਸੰਭਾਲ ਕਰ। ਜਿਹੜਾ ਸਵਾਸ ਨਿਕਲ ਗਿਆ ਉਹਨੂੰ ਤੇ ਸਾਡੇ ਹੱਥ ਨਹੀਂ ਆ ਸਕਦਾ, ਪਰ ਆਉਣ ਵਾਲੇ ਸਵਾਸਾਂ ਨੂੰ ਤੇ ਅਸੀਂ ਸੰਭਾਲ ਸਕਦੇ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨਿਰਾਸ਼ ਨਹੀਂ ਹੋਣਾ ਚਾਹੀਦਾ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਦੋਂ ਪਤਾ ਲੱਗ ਜਾਏ ਨਾ ਬੰਦੇ ਨੂੰ ਵੀ ਇਹ ਜ਼ਿੰਦਗੀ ਬੜੀ ਕੀਮਤੀ, ਉਦੋਂ ਹੀ ਤੁਰ ਪਵੇ ਇਸ ਬੰਨੇ ਨੂੰ, ਤਾਂ ਵੀ ਸੰਭਾਲਿਆ ਜਾ ਸਕਦਾ ਹੈ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਹੈ ਅਜੂਹੂ ਕਛ ਬਿਗੜਿਓ ਨਹੀਂ। ਸਾਹਿਬ ਜੀ ਕਹਿੰਦੇ ਅਜੇ ਵੀ ਕੁਛ ਨਹੀਂ ਵਿਗੜਿਆ। ਅਜੂਹੂ ਕਛ ਬਿਗੜਿਓ ਨਹੀਂ, ਜੋ ਪ੍ਰਭ ਗੁਣ ਗਾਵੈ ਕਹੋ ਨਾਨਕ ਤੇਹ ਭਜਨ ਤੇ ਨਿਰਭੈ ਪਦ ਪਾਵੇ। ਭਈ ਜਦੋਂ ਸਮਝ ਆ ਗਈ ਉਦੋਂ ਹੀ ਤੁਰ ਪਵੇ ਬੰਦਾ, ਤਾਂ ਵੀ ਜਿਹੜੇ ਬਾਕੀ ਦੇ ਸਵਾਸ ਨੇ ਉਹਨਾਂ ਰਾਹੀਂ ਵੀ ਪ੍ਰਭੂ ਨੂੰ ਯਾਦ ਕਰਕੇ ਆਪਣਾ ਮਨੁੱਖਾ ਜੀਵਨ ਸਵਾਰ ਸਕਦਾ ਹੈ। ਭਗਤ ਜੀ ਕਿਰਪਾ ਕਰਦੇ ਨੇ ਜੋ ਦਿਨ ਆਵਹਿ ਸੋ ਦਿਨ ਜਾਹੀ। ਜਿਹੜਾ ਦਿਨ ਆ ਗਿਆ ਚੜ ਗਿਆ, ਸਾਹਿਬ ਜੀ ਕਹਿੰਦੇ ਨੇ ਉਹ ਦਿਨ ਚਲੇ ਜਾਣਾ ਹੈ। ਕਰਨਾ ਕੂਚ ਰਹਿਣ ਥਿਰ ਨਾਹੀ। ਕੂਚ ਦਾ ਮਤਲਬ ਹੈ ਚਲੇ ਜਾਣਾ ਹੈ, ਕੂਚ ਕਰ ਜਾਣਾ, ਤੁਰ ਜਾਣਾ ਹੈ। ਭਗਤ ਜੀ ਕਹਿੰਦੇ ਰਹਿਣ ਥਿਰ ਨਾਹੀ, ਭਈ ਇੱਥੇ ਨਹੀਂ ਰਹਿਣਾ, ਆਖਿਰਕਾਰ ਤਾਂ ਜਾਣਾ ਪੈਗਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਜਿਸ ਜਗ੍ਹਾ ਤੇ ਅਸੀਂ ਬੈਠੇ ਪਤਾ ਨਹੀਂ ਕਿੰਨੇ ਕੀ ਹੋਰ ਇੱਥੇ ਆ ਕੇ ਤੁਰ ਗਏ ਨੇ। ਜਿਸ ਆਸਨ ਹਮ ਬੈਠੇ ਕੀਤੇ ਬੈਸ ਗਿਆ, ਕਿੰਨੇ ਕਾਏ ਤੇ ਕਿੰਨੇ ਕੁ ਤੁਰ ਗਏ। ਭਗਤ ਜੀ ਕਹਿੰਦੇ ਵੀ ਤੂੰ ਵੀ ਨਹੀਂ ਰਹਿਣਾ, ਆਖਿਰਕਾਰ ਕੂਚ ਕਰ ਜਾਣਾ ਹੈ। ਸੰਗ ਚਲਤ ਹੈ ਹਮ ਭੀ ਚੱਲਣਾ। ਸੰਗ ਚੱਲਣ ਦਾ ਮਤਲਬ ਹੈ ਸਾਡੇ ਵੇਹਦਿਆਂ ਵੇਹਦਿਆਂ ਕਿੰਨੇ ਸੰਗੀ ਸਾਥੀ ਤੁਰ ਜਾਂਦੇ ਨੇ। ਆਪਣੀਆਂ ਅੱਖਾਂ ਦੇ ਸਾਹਮਣੇ ਵਹਿੰਦਿਆਂ ਵਹਿੰਦਿਆਂ ਕਿੰਨੇ ਸੱਜਣ ਮਿੱਤਰ ਦੋਸਤ ਰਿਸ਼ਤੇਦਾਰ ਤੁਰ ਜਾਂਦੇ ਨੇ। ਭਗਤ ਜੀ ਕਹਿੰਦੇ ਉਹਨਾਂ ਵੱਲੇ ਵੇਖ ਵੇਖ ਕੇ ਹੀ ਤੂੰ ਕਦੀ ਝਾਤ ਮਾਰ ਵੀ ਤੇਰੇ ਸੰਗੀ ਸਾਥੀ ਕਿੰਨੇ ਤੁਰ ਗਏ, ਭਈ ਉਹਨਾਂ ਵਾਂਗ ਤੂੰ ਵੀ ਤੁਰ ਜਾਣਾ ਹੈ। ਸੰਭਾਲ ਆਪਣੀ ਇਸ ਜ਼ਿੰਦਗੀ ਨੂੰ। ਦੂਰ ਗਮਨ ਸਿਰ ਉਪਰ ਮਰਨਾ। ਉਹ ਜਿਹੜਾ ਰਸਤਾ ਹੈ ਪ੍ਰਭੂ ਪਰਮਾਤਮਾ ਦੇ ਮਾਰਗ ਦਾ, ਭਈ ਉਸ ਤੱਕ ਮਿਲਾਪ ਕਰਨ ਲਈ ਤਾਂ ਭਗਤ ਜੀ ਕਹਿਣ ਲੱਗੇ ਅਜੇ ਤੂੰ ਤੁਰਿਆ ਹੀ ਨਹੀਂ ਹੈ, ਤੇ ਪਹੁੰਚੇਗਾ ਕਿਵੇਂ ਉਸ ਮੰਜ਼ਿਲ ਦੇ ਉੱਤੇ, ਉਸ ਮਾਲਕ ਤੱਕ ਕਿਵੇਂ ਪਹੁੰਚੇਗਾ, ਤੂੰ ਤਾਂ ਤੁਰਿਆ ਹੀ ਨਹੀਂ। ਉਸ ਰਸਤੇ ਤੇ ਤੁਰ, ਉੱਥੇ ਤੱਕ ਪਹੁੰਚ। ਕਹਿਣ ਲੱਗੇ ਸਿਰ ਦੇ ਉੱਪਰ ਮੌਤ ਬੈਠੀ ਹੈ, ਪਤਾ ਨਹੀਂ ਕਿਹੜੇ ਵੇਲੇ ਇਸ ਨੇ ਮਨੁੱਖ ਨੂੰ ਝਪਟ ਲੈਣਾ ਹੈ। ਤੇ ਭਗਤ ਜੀ ਕਹਿੰਦੇ ਉਸ ਰਸਤੇ ਤੇ ਤੁਰ, ਮਾਲਕ ਵਾਲੇ ਰਸਤੇ ਤੇ, ਤਾਂ ਕਿ ਜ਼ਿੰਦਗੀ ਨੂੰ ਸਵਾਰ ਲਵੇਂ। ਕਿਆ ਤੂੰ ਸੋਇਆ ਜਾਗ ਇਆਨਾ। ਐ ਮਨੁੱਖ ਕਿਹੜੀ ਮਾਇਆ ਦੀ ਨੀਂਦ ਵਿੱਚ ਤੂੰ ਸੁੱਤਾ ਪਿਆ ਹੈ, ਜਾਗ, ਆਪਣੇ ਮਨ ਨੂੰ ਜਗਾ। ਐ ਇਆਣੇ ਮਨੁੱਖ ਆਪਣੇ ਮਨ ਨੂੰ ਮਾਇਆ ਦੀ ਨੀਂਦ ਵਿੱਚੋਂ ਜਗਾ ਲੈ। ਤੈਂ ਜੀਵਨ ਜਗ ਸੱਚ ਕਰ ਜਾਨਾ। ਤੂੰ ਆਪਣੇ ਮਨੁੱਖਾ ਜੀਵਨ ਨੂੰ ਜਗਤ ਵਿੱਚ ਸੱਚ ਕਰਕੇ ਮੰਨ ਕੇ ਬੈਠ ਗਿਆ ਹੈ। ਤੇ ਇਸ ਭਗਤ ਜੀ ਕਹਿੰਦੇ ਇਹਨੂੰ ਸੱਚ ਕਰਕੇ ਨਾ ਮੰਨ, ਕਿਉਂਕਿ ਵੇਖ ਕਿੰਨੇ ਤੁਰ ਗਏ ਤੇ ਤੁਰ ਤੂੰ ਵੀ ਜਾਣਾ ਹੈ। ਭਗਤ ਜੀ ਅਗਲੀ ਪੰਕਤੀ ਵਿੱਚ ਕਿਰਪਾ ਕਰਦੇ ਨੇ ਜਿਨ ਜੀਓ ਦੀਆ ਸੋ ਰਿਜ਼ਕ ਅੰਬਰਾਵੈ। ਜੀਓ ਦਾ ਭਾਵ ਜਿਹਨੇ ਜਿੰਦ ਦਿੱਤੀ ਹੈ, ਰਿਜ਼ਕ ਅੰਬਰਾਵੈ। ਅੰਬਰਾਵੇ ਦਾ ਮਤਲਬ ਅਪੜਾਉਂਦਾ ਹੈ। ਭਗਤ ਜੀ ਕਹਿੰਦੇ ਨੇ ਕਿ ਤੂੰ ਇਸ ਕਰਕੇ ਨਹੀਂ ਰੱਬ ਵਾਲੇ ਬੰਨੇ ਤੁਰਦਾ ਵੀ ਤੈਨੂੰ ਰੋਟੀ ਦਾ ਫਿਕਰ ਹੈ, ਤੈਨੂੰ ਆਪਣੇ ਕਾਰੋਬਾਰ ਦਾ ਫਿਕਰ ਹੈ, ਤੈਨੂੰ ਆਪਣੇ ਪਰਿਵਾਰ ਦਾ ਫਿਕਰ ਹੈ। ਭਗਤ ਜੀ ਕਹਿੰਦੇ ਇਸ ਕਰਕੇ ਨਹੀਂ ਤੂੰ ਤੁਰਦਾ ਵੀ ਮੈਂ ਰੋਟੀ ਦਾ ਪ੍ਰਬੰਧ ਕਰਦਾ ਹਾਂ, ਮੈਂ ਜੇ ਰੱਬ ਵਾਲੇ ਬੰਨੇ ਤੁਰ ਗਿਆ, ਕੰਮ ਕਾਰ ਛੱਡ ਦਿੱਤੇ ਤੇ ਰੋਟੀ ਕਿੱਥੋਂ ਮਿਲੇਗੀ। ਭਗਤ ਜੀ ਕਹਿਣ ਲੱਗੇ ਜਿਹਨੇ ਜਿੰਦ ਦਿੱਤੀ ਹੈ, ਸਰੀਰ ਦਿੱਤਾ ਹੈ, ਉਹ ਰਿਜ਼ਕ ਵੀ ਦੇ ਰਿਹਾ ਹੈ। ਸਾਹਿਬ ਦੀ ਪਾਵਨ ਪਵਿੱਤਰ ਬਾਣੀ ਵਿੱਚ ਸਾਹਿਬ ਜੀ ਕਹਿੰਦੇ ਨੇ ਪਹਿਲੋਂ ਦੇਨਤਾ ਹੈ ਰਿਜ਼ਕ ਸੰਭਾਹ, ਪਿੱਛੋਂ ਦੇਨਤਾ ਹੈ ਜੰਤ ਉਪਾਰ। ਰਿਜ਼ਕ ਦਾ ਪ੍ਰਬੰਧ ਪਹਿਲਾਂ ਕੀਤਾ ਵਾਹਿਗੁਰੂ ਨੇ, ਜੀਵ ਬਾਅਦ ਵਿੱਚ ਹੈ। ਅਸੀਂ ਰੋਜ਼ ਹੀ ਇਹ ਸ਼ਬਦ ਪੜ੍ਹਦੇ ਹਾਂ ਸੋਦਰ ਦੀ ਬਾਣੀ ਵਿੱਚ। ਸਾਹਿਬ ਜੀ ਕਹਿੰਦੇ ਨੇ ਕਾਹੇ ਰੇ ਮਨ ਚਿਤਵਹਿ ਉਦਮ, ਜਾਂ ਆ ਹਰ ਹਰ ਜੀਓ ਪਰਿਆ। ਸੈਲ ਪੱਥਰ ਮਹਿ ਜੰਤ ਉਪਾਏ, ਤਾਂ ਕਾ ਰਿਜ਼ਕ ਆਗੇ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਸਾਹਿਬ ਜੀ ਕਹਿੰਦੇ ਨੇ ਐ ਪਿਆਰਿਓ ਝਾਤ ਮਾਰ ਕੇ ਦੇਖੋ ਪ੍ਰਭੂ ਪਰਮਾਤਮਾ ਵਾਹਿਗੁਰੂ ਨੇ ਪੱਥਰਾਂ ਦੇ ਵਿੱਚ ਜਿਹੜੇ ਕੀੜੇ, ਉਹਨਾਂ ਦੇ ਵੀ ਰਿਜ਼ਕ ਦਾ ਪ੍ਰਬੰਧ ਕੀਤਾ। ਤੇ ਐ ਜੀਵ ਕਿ ਤੈਨੂੰ ਰਿਜ਼ਕ ਨਹੀਂ ਦੇਵੇਗਾ। ਸਾਹਿਬ ਜੀ ਦੇ ਹੋਰ ਵੀ ਬਚਨ ਨੇ ਊੜੈ ਊੜਿਆ ਮੈਂ ਸਹਿ ਕੋਸਾਂ, ਤਿਸ ਪਾਸ਼ੈ ਬਚਰੇ ਸ਼ਰਿਆ ਤਿਨ ਕਵਣ ਖਲਾਵੇ ਕਵਣ ਚੁਗਾਵੇ।
ਮਨ ਮਹਿ ਸਿਮਰਨ ਕਰਿਆ। ਵੀ ਉਹਨਾਂ ਦੇ ਕੂੰਜਾਂ ਦੇ ਬੱਚਿਆਂ ਨੂੰ ਵੀ ਤਾਂ ਰਿਜ਼ਕ ਪਹੁੰਚਦਾ ਹੀ ਹੈ ਨਾ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੇ ਹੋਰ ਵੀ ਬਚਨ ਨੇ। ਸਾਹਿਬ ਜੀ ਕਹਿੰਦੇ ਨੇ ਜਿਹੜਾ ਦੇਖੋ ਜਿਹੜੇ ਪਾਣੀ ਵਿੱਚ ਨੇ ਜੀਵ, ਉਹਨਾਂ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨਾ ਕਰ ਚਿੰਤਾ, ਨਾ ਕਰ ਚਿੰਤਾ, ਚਿੰਤਾ ਹੈ ਕਰਤੇ। ਤੈਨੂੰ ਚਿੰਤਾ ਕਾਹਦੀ, ਕਰਤੇ ਨੂੰ ਤੇਰਾ ਫਿਕਰ ਹੈ ਪ੍ਰਭੂ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਨੂੰ, ਤੇ ਸਾਰੇ ਜਲਾਂ ਥਲਾਂ ਵਿੱਚ ਜੀਵਾਂ ਨੂੰ ਉਹ ਰਿਜ਼ਕ ਦੇ ਰਿਹਾ ਹੈ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਉਸ ਪ੍ਰਭੂ ਪਰਮਾਤਮਾ ਵਾਹਿਗੁਰੂ ਨੇ ਜਲ ਮੈਂ ਜੰਤ ਉਪਾਇਨ ਤਿਨਾ ਪੇ ਰੋਜੀ ਦੇ। ਉੱਥੇ ਹੱਟ ਨਾ ਚੱਲੇ ਨਾ ਕੋ ਕਿਰਸ ਕਰੇ। ਵੀ ਉਸ ਪਾਣੀ ਦੇ ਵਿੱਚ ਕਿਹੜੀ ਹੱਟੀ ਕਿਸੇ ਨੇ ਪਾਈ ਹੈ ਜਾਂ ਉੱਥੇ ਕਿਹੜੀ ਕੋਈ ਖੇਤੀ ਹੋ ਰਹੀ ਹੈ। ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ। ਉੱਥੇ ਜੀਆਂ ਦਾ ਆਹਾਰ ਜੀ ਬਣਾ ਦਿੱਤਾ ਹੈ, ਉਹਨਾਂ ਦਾ ਰਿਜ਼ਕ ਉਸ ਤਰ੍ਹਾਂ ਪਰਮਾਤਮਾ ਨੇ ਬਣਾ ਦਿੱਤਾ। ਭਗਤ ਰਵਿਦਾਸ ਜੀ ਅੱਜ ਦੇ ਸ਼ਬਦ ਵਿੱਚ ਕਹਿ ਰਹੇ ਨੇ ਜਿਨ ਜੀਓ ਦੀਆ, ਜਿਨ ਜਿੰਦ ਦਿੱਤੀ ਹੈ, ਸਰੀਰ ਦਿੱਤਾ ਹੈ, ਸੋ ਰਿਜ਼ਕ ਅਮਰਾਵ ਹੈ। ਉਹ ਰਿਜ਼ਕ ਵੀ ਬਣਾਉਂਦਾ ਹੈ, ਰਿਜ਼ਕ ਦਾ ਪ੍ਰਬੰਧ ਵੀ ਪਰਮਾਤਮਾ ਨੇ ਕੀਤਾ। ਤੈਨੂੰ ਕਹਿਣ ਲੱਗੇ ਇਸ ਰਿਜ਼ਕ ਦਾ, ਰੋਟੀ ਦਾ ਫਿਕਰ ਨਾ ਤੂੰ ਕਰ, ਤੂੰ ਤੇ ਉਸ ਕਰਤੇ ਦੀ ਸਿਫਤ ਕਰੀ ਚੱਲ, ਉਸ ਮਾਲਕ ਦੀ ਵਡਿਆਈ ਕਰੀ ਚੱਲ। ਪਰ ਇਹਦਾ ਮਤਲਬ ਇਹ ਨਹੀਂ ਕਿ ਭਗਤ ਜੀ ਕਿਰਤ ਛੱਡ ਕੇ ਕਹਿੰਦੇ ਆ ਵੀ ਆਪਣਾ ਕੰਮ ਕਾਰ ਛੱਡ ਦੇ ਤੇ ਤੂੰ ਰੱਬ ਵਾਲੇ ਬੰਨੇ ਤੁਰ। ਉਹ ਖੁਦ ਵੀ ਆਪ ਕਿਰਤੀ ਸਨ, ਆਪ ਵੀ ਜੋੜੇ ਗੰਢਣ ਦਾ ਕੰਮ, ਜੁੱਤੀਆਂ ਨਵੀਆਂ ਬਣਾਉਣੀਆਂ ਚਾਹੇ ਗੰਢਣੀਆਂ, ਇਹ ਉਹਨਾਂ ਦੀ ਕਿਰਤ ਸੀ। ਭਗਤ ਜੀ ਦੀ ਕਹਿਣ ਲੱਗੇ ਵੀ ਕਿਰਤ ਕਰਦਿਆਂ ਕਰਦਿਆਂ ਨਿਰੰਕਾਰ ਨੂੰ ਯਾਦ ਰੱਖਣਾ ਹੈ, ਪਰ ਰੋਟੀ ਦਾ ਫਿਕਰ ਨਾ ਤੂੰ ਕਰ, ਇਹ ਫਿਕਰ ਉਸ ਨਿਰੰਕਾਰ ਪਰਮਾਤਮਾ ਵਾਹਿਗੁਰੂ ਨੂੰ ਹੈ। ਭਗਤ ਜੀ ਕਹਿ ਰਹੇ ਨੇ ਜਿਨ ਜੀਓ ਦੀਆ ਸੋ ਰਿਜ਼ਕ ਅਮਰਾਵੈ। ਜਿਨ ਜਿੰਦ ਸਰੀਰ ਦਿੱਤੀ ਉਹ ਰਿਜ਼ਕ ਵੀ ਅਪੜਾ ਰਿਹਾ ਹੈ। ਸਭ ਕਟ ਭੀਤਰ ਹਾਟ ਚਲਾਵੈ। ਪ੍ਰਭੂ ਪਰਮਾਤਮਾ ਸਾਰੇ ਹਿਰਦਿਆਂ ਅੰਦਰ ਬੈਠਾ ਹੋਇਆ, ਆਪਣੀ ਦੁਕਾਨ ਹੱਟੀ ਆਪ ਚਲਾ ਰਿਹਾ ਹੈ। ਸਭ ਦੇ ਅੰਦਰ ਬੈਠਾ ਹੈ ਪਰਮਾਤਮਾ। ਭਗਤ ਜੀ ਕਹਿੰਦੇ ਭਾਈ ਉਹ ਪ੍ਰਭੂ ਪਰਮਾਤਮਾ ਸਭ ਘਟਾਂ ਵਿੱਚ, ਸਭ ਸਰੀਰਾਂ ਵਿੱਚ ਬੈਠਾ ਹੋਇਆ, ਆਪਣੀ ਹਾਟ, ਆਪਣੀ ਦੁਕਾਨ ਨੂੰ ਆਪ ਚਲਾਉਂਦਾ ਪਿਆ ਹੈ। ਕਰ ਬੰਦਗੀ ਛਾੜ ਮੈਂ ਮੇਰਾ। ਭਗਤ ਜੀ ਕਹਿੰਦੇ ਭਈ ਰੱਬ ਦੀ ਬੰਦਗੀ ਕਰੋ ਤੇ ਮੈਂ ਮੇਰਾ ਛੱਡੋ। ਹਉਮੈ ਹੰਕਾਰ, ਮੈਂ ਇਹ ਫੂੰ ਜਿਹੜੀ ਹੈ ਇਹ ਛੱਡਣੀ ਚਾਹੀਦੀ ਹੈ। ਭਗਤ ਜੀ ਕਹਿਣ ਲੱਗੇ ਕਾਹਦਾ ਮਾਨ ਕਰਦਾ ਹੈ, ਆਪਣੇ ਕਾਰੋਬਾਰ ਦਾ, ਪਰਿਵਾਰ ਦਾ, ਇਹ ਜਿਹੜਾ ਤੂੰ ਖਲਾਰਾ ਪਾ ਕੇ ਬੈਠਾ ਹੈ। ਭਗਤ ਜੀ ਕਹਿੰਦੇ ਇਹਦਾ ਮਾਨ ਮਤ ਕਰ, ਕਿਉਂਕਿ ਇਹਨਾਂ ਵਿੱਚੋਂ ਤੇ ਕੋਈ ਵੀ ਸਾਥ ਜਾਣ ਵਾਲਾ ਨਹੀਂ ਹੈ। ਸਾਥ ਤਾਂ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਦੇਣਾ, ਤਾਂ ਫਿਰ ਤੂੰ ਕਾਹਦਾ ਮਾਨ ਤੇ ਹੰਕਾਰ ਕਰਦਾ। ਬੰਦਗੀ ਕਰ ਉਸ ਮਾਲਕ ਦੀ, ਹਉਮੈ ਹੰਕਾਰ ਨੂੰ ਛੱਡਣਾ ਕਰ। ਹਿਰਦੈ ਨਾਮ ਸੰਭਾਰ ਸਵੇਰਾ। ਹਿਰਦੇ ਵਿੱਚ ਪ੍ਰਭੂ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਸੰਭਾਰ। ਸਵੇਰਾ ਦਾ ਮਤਲਬ ਹੈ ਹੁਣ ਟਾਈਮ ਹੈ, ਹੁਣ ਵਕਤ ਹੈ, ਹੁਣ ਸਮਾਂ ਹੈ, ਤੇ ਇਹ ਸਮੇਂ ਦੀ ਸੰਭਾਲ ਕਰ ਲੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਇੱਕ ਟਾਈਮ ਹੁੰਦਾ ਹੈ, ਇੱਕ ਸਮਾਂ ਹੁੰਦਾ ਹੈ ਜਦੋਂ ਜੀਵ ਦੇ ਕੋਲੇ ਪੈਲੀ ਤਿਆਰ ਹੁੰਦੀ ਹੈ ਤੇ ਬੀਜ ਪਾ ਦੇਣਾ ਚਾਹੀਦਾ। ਸਾਹਿਬ ਜੀ ਕਹਿੰਦੇ ਜੇ ਪੈਲੀ ਤਿਆਰ ਕੀਤੀ ਹੋਵੇ ਤੇ ਬੀਜ ਨਾ ਪਾਇਆ ਜਾਵੇ ਤਾਂ ਪੈਲੀ ਤਿਆਰ ਕਰਨ ਦਾ ਕੀ ਲਾਭ, ਪਰ ਜੇ ਬੀਜ ਕੋਲ ਹੋਵੇ ਤੇ ਪੈਲੀ ਨਾ ਤਿਆਰ ਕਰੀਏ ਤੇ ਤਾਂ ਵੀ ਕੀ ਲਾਭ ਹੈ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਇੱਕ ਟਾਈਮ ਹੁੰਦਾ ਅੰਮ੍ਰਿਤ ਵੇਲਾ ਸਵੇਰਾ, ਜਿਹੜਾ ਭਗਤ ਜੀ ਅੱਜ ਦੇ ਸ਼ਬਦ 'ਚ ਕਹਿ ਰਹੇ ਨੇ ਵੀ ਅੰਮ੍ਰਿਤ ਵੇਲਾ ਉਹ ਸਮਾਂ ਹੁੰਦਾ ਹੈ ਜਦੋਂ ਬਿਲਕੁਲ ਪੈਲੀ ਤਿਆਰ ਕੀਤੀ ਹੁੰਦੀ, ਨਾਮ ਦਾ ਬੀਜ ਪਾਉਣਾ ਹੁੰਦਾ। ਉਦੋਂ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੇ ਨਾਹੀਂ। ਸਾਹਿਬ ਜੀ ਕਹਿੰਦੇ ਹਰੀ ਪਰਮਾਤਮਾ ਦਾ ਨਾਮ ਰੂਪੀ ਧਨ ਅੰਮ੍ਰਿਤ ਵੇਲੇ ਪਈ ਉਦੋਂ ਵੱਤਰ ਹੁੰਦਾ ਹੈ ਇਹ ਸਰੀਰ ਰੂਪੀ ਧਰਤੀ ਦਾ, ਉਦੋਂ ਨਾਮ ਦਾ ਬੀਜ ਪਾ ਦੇਣਾ ਚਾਹੀਦਾ ਹੈ। ਸਾਹਿਬ ਜੀ ਕਹਿੰਦੇ ਫਿਰ ਰੱਬ ਦੇ ਪਿਆਰੇ ਇਸ ਬੀਜ ਤੋਂ ਜਿਹੜਾ ਫਲ ਪੈਦਾ ਹੁੰਦਾ ਨੇ, ਸੁਖ ਪੈਦਾ ਹੁੰਦੇ ਨੇ, ਵੀ ਉਹਨਾਂ ਨੂੰ ਮਾਨਦੇ ਹਨ। ਭਗਤ ਜੀ ਕਹਿ ਰਹੇ ਨੇ ਹਿਰਦੈ ਨਾਮ ਸੰਭਾਲ ਸਵੇਰਾ। ਹਿਰਦੇ ਵਿੱਚ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਸੰਭਾਲ, ਇਸ ਟਾਈਮ ਦੀ, ਇਸ ਸਮੇਂ ਦੀ ਕਦਰ ਨੂੰ ਜਾਣ। ਤੇ ਭਗਤ ਜੀ ਕਹਿੰਦੇ ਨੇ ਜੇ ਨਾ ਐਸਾ ਕਰ ਸਕਿਆ ਤੇ ਜਨਮ ਸਰਾਨੋ ਪੰਥ ਨਾ ਸਵਾਰਾ। ਪੰਥ ਕਹਿੰਦੇ ਨੇ ਰਸਤੇ ਨੂੰ, ਵੀ ਜਨਮ ਤਾਂ ਤੁਰਿਆ ਜਾਂਦਾ ਹੈ, ਦਿਨ ਤਾਂ ਘਟਦੇ ਜਾਂਦੇ ਨੇ, ਪਰ ਪੰਥ ਨਾ ਸੰਭਾਰਾ ਕਹਿਣ ਲੱਗੇ ਰਸਤਾ ਆਪਣਾ ਜਿਹੜਾ ਹੈ ਉਹ ਨਹੀਂ ਤੂੰ ਸਵਾਰਦਾ ਪਿਆ। ਭਾਵ ਜਿਸ ਪ੍ਰਭੂ ਪਰਮਾਤਮਾ ਵਾਹਿਗੁਰੂ ਤੱਕ ਪਹੁੰਚਣਾ ਹੈ ਉਹ ਰਸਤੇ ਵਾਲਾ ਤੈਨੂੰ ਫਿਕਰ ਹੀ ਕੋਈ ਨਹੀਂ, ਧਿਆਨ ਹੀ ਤੇਰਾ ਉਧਰ ਨਹੀਂ ਜਾ ਰਿਹਾ। ਸਾਹਿਬ ਜੀ ਕਹਿੰਦੇ ਨੇ, ਭਗਤ ਰਵਿਦਾਸ ਜੀ ਕਹਿ ਰਹੇ ਨੇ ਭਈ ਜਨਮ ਤੁਰਿਆ ਜਾਂਦਾ ਹੈ ਪਰ ਤੂੰ ਆਪਣਾ ਰਸਤਾ ਨਹੀਂ, ਉਸ ਪ੍ਰਭੂ ਪਰਮਾਤਮਾ ਤੱਕ ਜਿਹੜਾ ਪਹੁੰਚਣ ਵਾਲਾ ਹੈ ਉਹਨੂੰ ਤੂੰ ਸਵਾਰ ਨਹੀਂ ਰਿਹਾ, ਉਹਨੂੰ ਤੂੰ ਸ਼ਿੰਗਾਰ ਨਹੀਂ ਰਿਹਾ। ਭਾਵ ਇੱਥੇ ਇਹ ਹੈ ਕਿ ਇਹ ਜਿਹੜਾ
ਆਤਮਾ ਹੈ, ਮਨ ਹੈ, ਜਿਹਨੇ ਪ੍ਰਭੂ ਦੇ ਵਿੱਚ ਲੀਨ ਹੋਣਾ ਹੈ, ਉਸ ਆਤਮਾ ਦਾ, ਮਨ ਦਾ ਤੈਨੂੰ ਕੋਈ ਫਿਕਰ ਨਹੀਂ ਹੈ। ਉਸ ਨੂੰ ਪ੍ਰਭੂ ਪਰਮਾਤਮਾ ਦੇ ਵਿੱਚ ਸਰੀਰ ਜਾਣ ਤੋਂ ਪਹਿਲਾਂ ਪਹਿਲਾਂ ਇਹ ਮਨ ਆਤਮਾ ਪਰਮਾਤਮਾ ਵਿੱਚ ਲੀਨ ਹੋ ਜਾਏ। ਸਰੀਰ ਕਬਰ ਵਿੱਚ ਜਾਣ ਤੋਂ ਪਹਿਲਾਂ ਪਹਿਲਾਂ ਇਹਦਾ ਮਿਲਾਪ ਉਹਨਾਂ ਨਾਲ ਹੋ ਜਾਵੇ। ਐਸਾ ਤੂੰ ਯਤਨ ਦਿਨ ਰਾਤ ਇੱਕ ਕਰਕੇ ਯਤਨ ਕਰ। ਭਗਤ ਜੀ ਕਹਿੰਦੇ ਸਾਂਝ ਪਰੀ ਦਹਿ ਦਿਸ ਅੰਧਿਆਰਾ। ਸਾਂਝ ਦਾ ਅਰਥ ਹੈ ਸ਼ਾਮ। ਭਗਤ ਜੀ ਕਹਿੰਦੇ ਸ਼ਾਮਾਂ ਪੈ ਰਹੀਆਂ ਨੇ, ਚਾਰ ਚਫੇਰੇ ਹਨੇਰਾ ਹੀ ਹਨੇਰਾ। ਇੱਥੇ ਅਰਥ ਇਹ ਬਣਿਆ ਕਿ ਇਹ ਮਨੁੱਖ ਤੇਰੇ ਜ਼ਿੰਦਗੀ ਦੇ ਦਿਨ ਘਟਦੇ ਜਾ ਰਹੇ, ਹੁਣ ਬੁਢੇਪਾ ਆ ਗਿਆ ਹੈ। ਸਾਂਝ ਪਰੀ ਦਾ ਮਤਲਬ ਹੈ ਸ਼ਾਮ ਪੈ ਗਈ, ਜ਼ਿੰਦਗੀ ਦੀ ਸ਼ਾਮ ਪੈ ਗਈ। ਭਾਵ ਕਿ ਉਮਰ ਦਾ, ਭਗਤ ਜੀ ਕਹਿੰਦੇ ਨੇ ਅਖੀਰਲੇ ਜਿਹੜੇ ਟਾਈਮ ਆ ਗਿਆ ਉਮਰ ਦਾ, ਪਰ ਚਾਰ ਸਵੇਰੇ ਹਨੇਰਾ ਹੀ ਹਨੇਰਾ ਬਣਿਆ ਪਿਆ ਹੈ। ਭਗਤ ਜੀ ਕਹਿੰਦੇ 10 ਵਜੇ ਬੰਦੇ ਨੇ ਹਨੇਰੇ ਵਿੱਚ ਤਾਂ ਠੋਕਰਾਂ ਹੀ ਖਾਣੀਆਂ। ਭਾਵ ਇੱਥੇ ਹੈ ਕਿ ਅਗਿਆਨਤਾ ਦਾ ਹਨੇਰਾ ਬਣਿਆ ਪਿਆ ਹੈ। ਤੇ ਭਗਤ ਜੀ ਕਹਿੰਦੇ ਤੂੰ ਜ਼ਿੰਦਗੀ ਨੂੰ ਅਜੇ ਵੀ ਨਹੀਂ ਸੋਚਿਆ ਸਮਝਿਆ, ਜਵਾਨੀ ਵੀ ਨਿਗਾਹ ਲਈ, ਬਚਪਨਾ ਵੀ ਤੇਰਾ ਚਲਿਆ ਗਿਆ, ਖਾਣ ਪੀਣ ਵਿੱਚ ਜਵਾਨੀ ਵੀ ਚਲੇਗੀ, ਵਿਸ਼ੇ ਵਿਕਾਰਾਂ ਵਿੱਚ, ਤੇ ਬੁਢੇਪਾ ਵੀ, ਇਹ ਵੀ ਭਗਤ ਜੀ ਕਹਿੰਦੇ ਲੰਘਦਾ ਜਾ ਰਿਹਾ ਹੈ। ਹੁਣ ਵੀ ਆਪਣੀ ਜ਼ਿੰਦਗੀ ਨੂੰ ਸੰਭਾਲ ਲੈ, ਕਿਉਂਕਿ ਜ਼ਿੰਦਗੀ ਦੀਆਂ ਸ਼ਾਮਾਂ ਪੈ ਰਹੀਆਂ, ਪਰ ਚਾਰ ਸਵੇਰੇ ਹਨੇਰਾ ਹੀ ਹਨੇਰਾ ਨਜ਼ਰ ਆਉਂਦਾ ਹੈ। ਸਵਾਰ ਲੈ ਆਪਣੀ ਜ਼ਿੰਦਗੀ ਨੂੰ, ਪਰਮਾਤਮਾ ਦੇ ਨਾਮ ਦੀ ਰੌਸ਼ਨੀ ਤੇਰੇ ਕੋਲੇ ਹੋਵੇਗੀ। ਤੇ ਜਿਸ ਰਸਤੇ ਤੇ ਤੂੰ ਜਾਣਾ ਹੈ ਉੱਥੇ ਪ੍ਰਭੂ ਦੇ ਨਾਮ ਦੀ ਰੌਸ਼ਨੀ ਚੱਲਣੀ, ਹੋਰ ਕੋਈ ਰੌਸ਼ਨੀ ਉੱਥੇ ਨਹੀਂ ਜਾਣੀ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਜਹ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ। ਭਈ ਉਹ ਜਿਹੜਾ ਰਸਤਾ ਹੈ ਉੱਥੇ ਪ੍ਰਭੂ ਪਰਮਾਤਮਾ ਦੇ ਨਾਮ ਰੂਪੀ ਦੀਵਾ ਹੋਏਗਾ ਮਨੁੱਖ ਦੇ ਕੋਲੇ, ਤਾਂ ਤੇ ਰੌਸ਼ਨੀ ਮਿਲ ਸਕਦੀ ਹੈ। ਕਰਮ ਕਾਂਡਾਂ ਦੀ ਉੱਥੇ ਕੋਈ, ਕਿਉਂਕਿ ਕਰਮ ਧਰਮ ਪਾਖੰਡ ਜੋ ਦੀਸੇ ਤਨ ਜਮ ਜਗਾਤੀ ਲੂਟੇ। ਉਹ ਤਾਂ ਕਰਮ ਧਰਮ ਜਿਹੜੇ ਧਰਮ ਦੇ ਨਾਂ ਤੇ ਕਰਮ ਕਾਂਡ ਪਖੰਡ ਕੀਤੇ, ਉਹ ਤਾਂ ਇੱਥੇ ਸਾਰੇ ਰਸਤੇ ਵਿੱਚ ਹੀ ਲੁੱਟੇ ਜਾਂਦੇ ਨੇ। ਪਰਮਾਤਮਾ ਦੇ ਨਾਮ ਰੂਪੀ ਦੀਵਾ ਤੇਰੇ ਕੋਲੇ ਹੋਵੇਗਾ ਤੇ ਤਾਂ ਤੈਨੂੰ ਰਸਤਾ ਮਿਲ ਸਕਦਾ ਹੈ। ਤੇ ਭਗਤ ਜੀ ਕਿਰਪਾ ਕਰ ਰਹੇ ਨੇ, ਕਹਿ ਰਵਿਦਾਸ ਨਿਦਾਨ ਦੀਵਾਨੇ। ਐ ਝੱਲੇ ਮਨੁੱਖ, ਦੀਵਾਨੇ ਦਾ ਭਾਵ ਹੁੰਦਾ ਐ ਝੱਲੇ, ਇਹ ਬੇਸਮਝ ਬੰਦੇ। ਭਗਤ ਜੀ ਕਹਿੰਦੇ ਨੇ ਤੂੰ ਕਿਉਂ ਨਹੀਂ ਸੋਚਦਾ ਪਿਆ? ਨਿਦਾਨ ਦਾ ਮਤਲਬ ਅੰਤ ਨੂੰ, ਓੜਕ ਨੂੰ, ਖਤਮ ਹੋ ਜਾਣਾ ਹੈ। ਐ ਝੱਲੇ ਜੀਵ, ਤੈਨੂੰ ਰਵਿਦਾਸ ਕਹਿ ਰਿਹਾ ਹੈ ਕਿ ਇੱਕ ਦਿਨ ਆਖਰ ਸੰਸਾਰ ਤੋਂ ਝੱਲੇ ਜੀਵ ਤੁਰ ਜਾਣਾ ਹੈ, ਨਹੀਂ ਰਹਿਣਾ ਸੰਸਾਰ ਦੇ ਉੱਤੇ। ਚੇਤਸ ਨਾਹੀ ਦੁਨੀਆ ਫਨ ਖਾਨੇ। ਫਨ ਖਾਨੇ ਦਾ ਅਰਥ ਹੈ ਫਨਾ ਦਾ ਘਰ। ਖਾਨਾ ਕਹਿੰਦੇ ਨੇ ਘਰ ਨੂੰ। ਭਗਤ ਜੀ ਕਹਿੰਦੇ ਨੇ ਦੁਨੀਆ ਇੱਕ ਫਨਾ ਦਾ ਘਰ ਹੈ, ਭਾਵ ਕਿ ਨਾਸ਼ਵੰਤ ਹੈ। ਤੇ ਚੇਤਸ ਨਾਹੀ, ਕਿਉਂ ਨਹੀਂ ਚੇਤਦਾ ਉਸ ਮਾਲਕ ਨੂੰ, ਕਿਉਂ ਨਹੀਂ ਯਾਦ ਕਰਦਾ ਉਸ ਪਰਮੇਸ਼ਰ ਨੂੰ, ਜਿਸ ਪਰਮਾਤਮਾ ਨੇ ਤੈਨੂੰ ਇਸ ਮੁਸਾਫਰਖਾਨੇ ਵਿੱਚ ਭੇਜਿਆ ਹੈ। ਤੇ ਤੂੰ ਮੁਸਾਫਰਖਾਨੇ ਦੇ ਨਾਲ ਹੀ ਇੰਨਾ ਮੋਹ ਪਾ ਕੇ ਬਹਿ ਗਿਆ, ਜਦ ਕਿ ਮੁਸਾਫਰਖਾਨਾ ਸਿਰਫ ਰਾਤ ਕੱਟਣ ਵਾਸਤੇ ਹੁੰਦਾ ਹੈ। ਜਿਹੜੀਆਂ ਸਰਾਵਾਂ ਬਣਾਈਆਂ ਜਾਂਦੀਆਂ ਨੇ, ਸਰਾਵਾਂ ਦੇ ਵਿੱਚ ਬੰਦਾ ਤੇ ਲੰਮਾ ਸਮਾਂ ਨਹੀਂ ਟਿਕਦਾ, ਇੱਕ ਦਿਨ ਰਹਿੰਦਾ ਜਾਂ 2 ਦਿਨ ਰਹਿੰਦਾ, ਤੁਰ ਜਾਂਦਾ ਬੰਦਾ। ਇਸੇ ਤਰ੍ਹਾਂ ਜਿਹੜਾ ਸੰਸਾਰ ਹੈ ਇਹ ਵੀ ਇੱਕ ਸਰਾਂ ਦੀ ਤਰ੍ਹਾਂ ਹੈ, ਮੁਸਾਫਰਖਾਨਾ ਹੈ। ਤੇ ਮੁਸਾਫਰਖਾਨੇ ਨਾਲ ਮੋਹ ਪਾਉਣਾ ਕੋਈ ਸਿਆਣਪ ਨਹੀਂ ਹੁੰਦੀ। ਮੁਸਾਫਰਖਾਨਾ ਤੇ ਸਿਰਫ ਕੁਝ ਟਾਈਮ ਕੱਢਣ ਵਾਸਤੇ ਹੁੰਦਾ ਹੈ। ਇਸੇ ਤਰ੍ਹਾਂ ਜਗਤ ਸੰਸਾਰ ਉੱਤੇ ਆਏ ਆ ਕੁਝ ਸਮਾਂ ਕੱਢਣ ਵਾਸਤੇ। ਤੇ ਭਗਤ ਜੀ ਕਹਿੰਦੇ ਨੇ ਜੇ ਇਹ ਗੱਲ ਯਾਦ ਹੋਵੇਗੀ ਫਿਰ ਸਮਝ ਲਓ ਕਿ ਉਸ ਮਨੁੱਖ ਨੇ ਆਪਣੀ ਜ਼ਿੰਦਗੀ ਨੂੰ ਸਵਾਰ ਲਿਆ, ਸ਼ਿੰਗਾਰ ਲਿਆ। ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਅੱਜ ਦਾ ਪਾਵਨ ਪਵਿੱਤਰ ਮੁੱਖ ਵਾਕ ਭਗਤ ਰਵਿਦਾਸ ਜੀ ਦਾ, ਜਿਨ੍ਹਾਂ ਦਾ ਆਪਾਂ ਜਨਮ ਦਿਹਾੜਾ ਅੱਜ ਮਨਾ ਰਹੇ ਹਾਂ। 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸ਼ਲੋਕ ਆਰੰਭ ਹੋਣੇ ਹਨ। ਉਸ ਤੋਂ ਬਾਅਦ ਫਿਰ ਥੱਲੇ ਮੇਨ ਹਾਲ ਵਿੱਚ ਦੀਵਾਨ ਸੱਜਣੇ ਨੇ। ਭਗਤ ਰਵਿਦਾਸ ਜੀ ਦਾ ਹੀ ਅੱਜ ਦਾ ਇਹ ਪਾਵਨ ਪਵਿੱਤਰ ਮੁੱਖ ਵਾਕ ਹੈ, ਜਿਨ੍ਹਾਂ ਵਿੱਚ ਉਹਨਾਂ ਨੇ ਮਨੁੱਖ ਨੂੰ ਇਹੀ ਗੱਲ ਸਮਝਾਈ ਹੈ ਕਿ ਭਾਈ ਉਸ ਪ੍ਰਭੂ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਜੁੜੀਏ, ਨਾਮ ਨੂੰ ਜਪੀਏ, ਕਿਉਂਕਿ ਸੰਸਾਰ ਦੇ ਉੱਤੇ ਸਦੀਵੀ ਤੌਰ 'ਤੇ ਰਹਿਣਾ ਕਿਸੇ ਨੇ ਨਹੀਂ ਹੈ, ਸਭ ਨੇ ਤੁਰ ਜਾਣਾ ਹੈ। ਤੇ ਜਦੋਂ ਤੁਰ ਜਾਣਾ ਜੇ ਯਾਦ ਹੋਵੇਗਾ ਤੇ ਮਨੁੱਖ ਜ਼ਰੂਰ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਜੁੜੇਗਾ, ਜੁੜ ਕੇ ਆਪਣੀ ਜ਼ਿੰਦਗੀ ਨੂੰ ਸਵਾਰ ਲਏਗਾ, ਲੋਕ ਸੁਖੀਆ ਪਰਲੋਕ ਸਹਿਲਾ ਜੀਵ ਕਰ ਲਵੇਗਾ। ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ। ਆਪ ਸਾਰੀਆਂ ਸੰਗਤਾਂ ਨੇ 9 ਵਜੇ ਜੋ ਅਖੰਡ ਪਾਠ ਸਾਹਿਬ ਜੀ ਦੇ ਭੋਗ ਸ਼ੁਰੂ ਹੋਣੇ ਹਨ, ਉਸ ਤੋਂ ਬਾਅਦ ਫਿਰ ਮੇਨ ਹਾਲ ਵਿੱਚ ਦੀਵਾਨ ਜੋ ਸੱਜਣੇ ਹਨ, ਜਿਨ੍ਹਾਂ ਵਿੱਚ ਅੱਜ ਦਾ ਜਿਹੜਾ ਸਮਾਗਮ ਹੈ ਇਹ ਭਗਤ ਰਵਿਦਾਸ ਜੀ ਦੇ ਜਨਮ ਦਿਨ ਨੂੰ ਹੀ ਸੰਬੰਧਿਤ ਰਹੇਗਾ, ਸਮਰਪਿਤ ਰਹੇਗਾ। ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰ ਕੇ
ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਗੁਰਬਾਣੀ ਕਥਾ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲ ਕਰਨਾ ਜੀ। ਸ਼ਬਦ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੁੱਟਾਂ ਹੋ ਗਈਆਂ। ਸਤਿਗੁਰੂ ਜੀ ਤੇ ਸਾਧ ਸੰਗਤ ਬਖਸ਼ਣ ਯੋਗ ਹੈ। ਪੁਰ ਚੁੱਕ ਦੀ ਖਿਮਾ ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।